ਕਿਸਾਨਾਂ ਦੇ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਰ ਇੱਕ ਪਾਸੇ ਤਾਂ ਮੋਦੀ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈਗੀ। ਇੱਕ ਪਾਸੇ ਕਹਿ ਰਹੀ ਹੈਗੀ ਕਿਸਾਨ ਸਾਡੇ ਨਾਲ ਗੱਲ ਨਹੀਂ ਕਰਦੇ, ਪਰ ਦੂਜੇ ਪਾਸੇ ਇਹ ਬਿਆਨ ਤੇ ਬਿਆਨ ਉਲਟੀ ਦੇ ਰਿਹਾ ਹੈ ਕਿ ਇਹ ਕਿਸਾਨ ਪੱਖੀ ਹੈ। ਇਹ ਜਿਹੜੇ ਆਰਡੀਨੈਂਸ ਹੈ ਇਹ ਕਿਸਾਨਾਂ ਦੀ ਆਮਦਨ ਵਧਾਉਣ ਵਾਲੇ ਆ, ਇਹਨਾਂ ਦੇ ਪੱਖੀ ਲੈਂਦੇ ਹੈਗੇ। ਪਰ ਫਿਰ ਵੀ ਇਧਰੋਂ ਇੱਕ ਪਾਸੇ ਮੀਟਿੰਗਾਂ ਹੋ ਰਹੀਆਂ ਵੀ ਅਸੀਂ ਇਹਨਾਂ ਨੂੰ ਚੇਂਜ ਕਰ ਦਿੰਦੇ ਹਾਂ, ਜੇ ਕਰ ਦਿੰਦੇ ਹਾਂ, ਉਹ ਕਰ ਦਿੰਦੇ ਹਾਂ। ਪਰ ਕਿਸਾਨਾਂ ਦਾ ਇੱਕੋ ਹੀ ਹੈਗਾ ਵੀ ਯੈਸ ਜਾਂ ਨੋ। ਪਰ ਅੱਜ ਫਿਰ ਮੋਦੀ ਨੇ ਬਿਆਨ ਦਿੱਤਾ ਹੈ ਕਿ ਇਹ ਕਿਸਾਨ ਪੱਖੀ ਹੈਗੇ, ਇਹਨਾਂ ਨੂੰ ਲਿਆਂਦਾ ਜਾਊਗਾ, ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਆਪਾਂ ਗੱਲ ਕਰਦੇ ਆਂਗੇ। ਕਿਸਾਨ ਆਗੂ ਸਾਡੇ ਨਾਲ ਜੁੜੇ ਹੈਗੇ, ਉਹਨਾਂ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਿੱਧੂ ਸਾਹਿਬ। ਹਾਂਜੀ, ਕੀ ਕਹਿਣਾ ਚਾਹੋਗੇ ਜਿਹੜਾ ਵੀ ਇਹ ਮੋਦੀ ਨੇ ਅੱਜ ਫਿਰ ਬਿਆਨ ਦਿੱਤਾ ਵੀ ਇਹ ਜਿਹੜੇ ਕਿਸਾਨ ਪੱਖੀ ਹੈਗੇ ਵੇਲੇ? ਦੇਖੋ ਸਿੱਧੂ ਸਾਹਿਬ, ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ, ਅਸੀਂ ਇੱਜ਼ਤ ਕਰਦੇ ਹਾਂ ਉਹਦੀ, ਪਰ ਕਈ ਬੰਦੇ ਇੱਜ਼ਤ ਕਰਾਉਣ ਲਾਇਕ ਨਹੀਂ ਹੁੰਦੇ। ਕਿਉਂਕਿ ਲਾਇਕ ਇਸ ਕਰਕੇ ਨਹੀਂ, ਉਹ ਲਗਾਤਾਰ ਜਦੋਂ ਦਾ ਪ੍ਰਧਾਨ ਮੰਤਰੀ ਆ ਝੂਠਾਂ ਦਾ ਜਿਹੜੇ ਵਰਲਡ ਦੇ ਵਿੱਚ ਰਿਕਾਰਡ ਆ, ਤਾਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਦਾ YouTube ਤੇ ਜਦੋਂ ਮਰਜ਼ੀ ਭਰ ਲਓ ਝੂਠ, ਇਹਦਾ ਮਤਲਬ ਨਰਿੰਦਰ ਮੋਦੀ। ਹੁਣ ਵੀ ਜਿਹੜਾ ਅੱਜ ਦਾ ਉਹਦਾ ਬਿਆਨ ਆ ਉਹ ਹਮਰਾਵਾਰ ਲੋਕ ਵਾਲਾ ਬਿਆਨ ਆ, ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕਰਨ ਵਾਲਾ ਬਿਆਨ ਆ। ਉਹਨੇ ਕਿਹਾ ਕਿ ਸਿਆਸੀ ਪਾਰਟੀਆਂ ਦੇ ਮਗਰ ਲਾ ਕੇ ਭੋਲੇ ਭਾਲੇ ਕਿਸਾਨ ਗਮਰਾਹ ਕੂਲ ਹੋ ਗਏ। ਜਾਣੀ ਕਿ ਇਹਦਾ ਮਤਲਬ ਭੋਲੇ ਭਾਲੇ ਜੇ ਅਸੀਂ ਨਹੀਂ ਬੋਲਦੇ, ਇਹਦਾ ਮਤਲਬ ਵੀ ਅਸੀਂ ਸਿਆਣੇ ਨਹੀਂ, ਇਹਦਾ ਮਤਲਬ ਅਸੀਂ ਪੜ੍ਹੇ ਲਿਖੇ ਨਹੀਂ। ਅਸੀਂ ਮੋਦੀ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਪੂਰੇ ਭਾਰਤ ਦੇ ਲੋਕਾਂ ਦੇ ਪ੍ਰਧਾਨ ਮੰਤਰੀ ਹੋ, ਤੁਸੀਂ ਇਕੱਲੇ ਕਾਰਪੋਰੇਟ ਘਰਾਣਿਆਂ ਦੇ ਪ੍ਰਧਾਨ ਮੰਤਰੀ ਨਹੀਂ। ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਕਾਰਪੋਰੇਟ ਘਰਾਣਿਆਂ ਦੀਆਂ ਔਰਤਾਂ ਦੇ ਅੱਗੇ ਹੱਥ ਜੋੜ ਕੇ ਖੜਾ ਹੋਵੇ, ਉਹ ਦੇਸ਼ ਦਾ ਪ੍ਰਧਾਨ ਮੰਤਰੀ ਕੀ ਕਰ ਸਕਦਾ? ਉਹ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਅਸੀਂ ਕੀ ਆਸ ਕਰਾਂਗੇ ਕਿ ਜਿਹੜਾ ਦੇਸ਼ ਦਾ ਢਿੱਡ ਭਰਨ ਵਾਲੇ ਦੇ ਖਿਲਾਫ ਲਗਾਤਾਰ ਪ੍ਰਚਾਰ ਕਰ ਰਿਹਾ, ਉਹ ਦੇਸ਼ ਦਾ ਪ੍ਰਧਾਨ ਮੰਤਰੀ ਕਿ ਜਿਹੜੇ ਨੂੰ ਅਕਲ ਹੀ ਨਹੀਂ ਅੱਜ ਤੱਕ ਕਿ ਦੇਸ਼ ਦਾ ਢਿੱਡ ਭਰਨ ਵਾਲੇ ਦੀ ਮੈਂ ਇੱਜ਼ਤ ਕਿਵੇਂ ਕਰਨੀ ਆ। ਨੋਟਬੰਦੀ ਵੇਲੇ ਬੋਲਿਆ, ਕਹਿੰਦੇ ਲੋਕਾਂ ਨੂੰ ਨਹੀਂ ਪਤਾ। GST ਆਇਆ, ਵਪਾਰੀਆਂ ਨੂੰ ਨਹੀਂ ਪਤਾ। NRC ਆਈ, ਦੋ ਲੋਕਾਂ ਨੂੰ ਨਹੀਂ ਪਤਾ। ਜਾਣੀ ਕਿ ਸਾਨੂੰ ਇਹ ਤਾਂ ਦੱਸ ਦੇ ਵੀ ਪ੍ਰਧਾਨ ਮੰਤਰੀ ਸਾਨੂੰ ਪਤਾ ਕਿਦੋਂ ਲੱਗੂ? ਇਹੋ ਜਿਹਾ ਤੇਰਾ ਚਸ਼ਮਾ ਕਿਹੜਾ ਕਿ ਜਿਹੜਾ BJP ਨੂੰ ਹੀ ਇਕੱਲਾ ਸਭ ਕੁਝ ਦਿੰਦਾ, ਬਾਕੀਆਂ ਨੂੰ ਕੁਝ ਦਿੰਦੇ ਨਹੀਂ। ਜਾਣੀ ਕਿ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਤੇ ਦਬਾਅ ਇੰਨਾ, ਕਾਰਪੋਰੇਟ ਘਰਾਣਿਆਂ ਦਾ, ਰਿਲਾਇੰਸ ਵਾਲਿਆਂ ਦਾ, ਅਡਾਨੀ ਵਾਰਨੀ ਵਾਲਿਆਂ ਦਾ, ਕਿ ਉਹਦੇ ਕੰਨ ਫੜਦੇ ਆ। ਉਹ ਰੋਜ਼ ਤੋਂ ਨਵਾਂ ਬਿਆਨ ਦੇ ਦਿੰਦੇ ਆ। ਹੁਣ ਤਾਂ ਸਾਡੇ ਲੋਕ ਵੀ ਅੱਕ ਗਏ। ਜਦੋਂ ਕਹਿੰਦੇ ਦਿਲ ਮਨ ਕੀ ਬਾਤ ਆਊ, ਉਹ ਕਹਿੰਦੇ ਸਾਡੇ ਪਰ ਇਹਦਾ ਗਾਪੀ ਮਾਰਨਾ। ਅੱਜ ਮੈਂ ਹੁਣੀ ਸੁਣ ਕੇ ਆਇਆ ਸੀ ਕਿ ਗੁਮਰਾਹ ਕੂੜ ਕਿਸਾਨ, ਕਿਸਾਨੋਂ ਕੇ ਆਈ ਬੜੇਗੀ, ਕਿਸਾਨੋਂ ਕੇ ਲਈ ਭਲਾ ਹੋਏਗਾ। ਉਹ ਭਲਿਆ ਮਾਨਸਾ ਜਿਹਦਾ ਦੀ ਖਾਤਰ ਭਲਾ ਕਰਦਾ, ਉਹ ਤਾਂ ਇੱਥੇ ਬੈਠੇ ਆ। ਜੇ ਤੈਨੂੰ ਇੰਨੀ ਦਰਸਾ, ਸਟੇਜ ਲਾ, ਸਾਨੂੰ ਸਾਦਾ ਆ ਕੇ ਸਮਝਾ ਕੇ ਦੇ ਲਾ। ਜੇ ਤੇਰੇ ਤਣ ਤੇ ਕੱਪੜਾ ਵੀ ਰਹਿ ਜੇ, ਮੈਂ ਬੇਨਤੀ ਕਰਦਾ ਕਿ ਤੂੰ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ, ਸੰਵਿਧਾਨ ਤੌਰ ਤੇ ਤੂੰ ਅਹੁਦੇ ਤੇ ਬੈਠਾ, ਜਿੰਨੀ ਕਿ ਤੇਰੀ ਮਾੜੀ ਮੋਟੀ ਮਰਜ਼ਾਦਾ ਅਹੁਦੇ ਦੀ ਪ੍ਰਧਾਨ ਦੀ ਉਹ ਰੱਖ ਲੈ। ਨਹੀਂ ਇਹ ਨਾ ਹੋਵੇ ਕਿ ਤੇਰਾ 4 ਦਿਨਾਂ 'ਚ ਜਲੂਸ ਨਿਕਲ ਜੇ। ਤੇਰੀ ਪੰਜਾਬ ਵਾਲੀ BJP ਦਾ ਤਾਂ ਜਲੂਸ ਨਿਕਲ ਗਿਆ, ਤੇਰੇ ਗਰੇਵਾਲ ਦਾ ਤਾਂ ਲੋਕਾਂ ਨੇ ਬਾਈਕਾਟ ਕਰਤਾ, ਤੇ ਹੁਣ ਸਾਡੇ ਛੋਟੇ ਭਰਾਵਾਂ ਹਰਿਆਣਾ ਵਾਲਿਆਂ ਦੀ ਵਾਰੀ ਆ। ਜੁੱਲੀ ਬਿਸਤਰਾ ਇਹਨਾਂ ਦਾ ਗੋਲ ਕਰਕੇ ਤੇ ਖੱਚਰ ਤੇ ਲੱਦ ਕੇ ਤੋਰਾਂਗੇ। ਨਹੀਂ, ਉਹ ਕਹਿ ਰਿਹਾ ਗੁੰਮਰਾਹ ਕਰ ਰਿਹਾ ਸੋਨੂੰ। ਹੁਣ ਕਾਂਗਰਸ ਕਰ ਰਹੀ ਹੈ ਜਾਂ ਆਮ ਆਦਮੀ ਪਾਰਟੀ ਕਰ ਰਹੀ ਹੈ ਜਾਂ ਅਕਾਲੀ ਦਲ ਕਰ ਰਿਹਾ, ਕੌਣ ਇਹ ਗੁੰਮਰਾਹ ਕਰ ਰਿਹਾ? ਸਿੱਧੂ ਸਾਹਿਬ ਹੁਣ ਮੇਰੀ ਗੱਲ ਸੁਣੋ, ਮੈਂ ਇਹਨੂੰ ਕੀ ਕਹਾਂ? ਇੱਕ ਤਾਂ ਮੈਥੋਂ ਵੱਡੇ ਉਮਰ 'ਚ ਮੇਰੇ ਪਿਓਾਂ ਦੇ ਸਨਮਾਨ ਆ, ਭਾਵੇਂ ਕਿਵੇਂ ਵੀ ਆ, ਪ੍ਰਧਾਨ ਮੰਤਰੀ ਇੱਜ਼ਤਯੋਗ ਆ। ਹੁਣ ਸਾਨੂੰ ਸਮਝ ਨਹੀਂ ਆਉਂਦੀ ਕਿ ਉਹ ਤਾਹਲੇ ਅੰਬਰਾਂ ਤੋਂ ਉਤਰਿਆ, ਅਸੀਂ ਕਿੱਥੋਂ ਨਿਕਲੇ? ਅਸੀਂ ਗਿੱਠ ਮੁੜ ਕੇ ਤਾਂ ਹੈ ਨਹੀਂ ਵੀ ਧਰਤੀ 'ਚੋਂ ਨਿਕਲੇ ਆ। ਸਾਡਾ ਵੀ ਦਿਮਾਗ ਕੰਮ ਆ, ਸਾਨੂੰ ਵੀ ਪਤਾ ਕਾਲੀਆਂ ਨੇ ਵੀ ਸਾਡੇ ਨਾਲ ਇਹੀ ਕੁਛ ਕਰਿਆ, ਕਾਂਗਰਸ ਨੇ ਵੀ ਇਹੀ ਕੁਛ ਕਰਿਆ, ਜਿਹੜਿਆਂ ਦੀਆਂ ਕਾਮਰੇਡਾਂ ਦੀਆਂ ਸਰਕਾਰਾਂ ਉਹਨਾਂ ਨੇ ਵੀ ਇਹੀ ਕਰਿਆ। ਜਾਣੀ ਕਿ 1991 ਤੋਂ ਲਾ ਕੇ ਜਿੰਨੀਆਂ ਪਾਰਟੀਆਂ ਸੱਤਾ ਤੇ ਆਈਆਂ, ਉਹਨਾਂ ਨੇ ਕਿਸਾਨਾਂ ਦਾ ਬੇੜਾ ਗਰਕ ਕਰਿਆ। ਅਸੀਂ ਕਿਸੇ ਦੇ ਮਗਰ ਨਹੀਂ ਲੱਗਦੇ, ਅਸੀਂ ਕਿਸੇ ਨੂੰ ਚੰਗਾ ਨਹੀਂ ਕਹਿੰਦੇ, ਪਰ ਇੱਕ ਹਿੰਦੁਸਤਾਨ 'ਚ ਪਹਿਲੀ ਵਾਰੀ ਸਰਕਾਰ ਆ ਕਿ ਜਿਹੜੀ ਫਾਸੀਵਾਦੀ ਆ ਲੋਕਾਂ ਦੇ ਬੋਲਣ ਤੇ, ਲੋਕਾਂ ਦੇ ਲਿਖਣ ਤੇ, ਪ੍ਰੈਸ ਦੇ ਅਧਿਕਾਰਾਂ ਤੇ ਹਮਲੇਵਾਰ ਆ। ਤੇ ਉਹੀ ਹਮਲਾ ਜਿਹੜੇ ਸਾਡੇ ਕਿਸਾਨ ਉਹ ਅੰਦੋਲਨ ਤੇ ਕੀਤਾ ਜਾ ਰਿਹਾ। ਇੱਕ ਪਾਸੇ ਤਾਂ ਇਹ ਕਹਿੰਦੇ ਵੀ ਗੱਲਬਾਤ ਕਰ ਲਓ, ਅਸੀਂ ਇਹਨਾਂ ਜਿਹਾ ਚੇਂਜ ਕਰ ਦਿਆਂਗੇ। ਹੁਣ ਇੱਕ ਪਾਸੇ ਕਹਿ ਰਿਹਾ ਕਿ ਵੀ ਅਸੀਂ ਇਹ ਕਿਸਾਨਾਂ ਦੇ ਪੱਖੀ ਲਿਆਂਦੇ ਹੈਗੇ ਜੀ। ਤੁਸੀਂ ਜਰਮਨ ਦੇ ਹਿਟਲਰ ਦਾ ਇਤਿਹਾਸ ਚੱਕ ਕੇ ਦੇਖੋ, ਉਹਦੀ ਵੀ ਪਾਲਿਸੀ ਇਹੀ ਸੀ। ਇੱਕ ਪਾਸੇ ਲੋਕਾਂ ਨੂੰ ਧਿਆਨ ਕਰਦਾ ਸੀ ਕਿ ਗੱਲਬਾਤ ਲਈ ਕਰੋ, ਦੂਜੇ ਪਾਸੇ ਉਹਨਾਂ ਦਾ ਬੜਾਂਗਾ ਕਰਦਾ ਸੀ। ਉਹੀ ਪਾਲਿਸੀ ਇਹ ਆ, ਉਹਦੀ ਕਾਪੀ ਆ। ਜਾਣੀ ਕਿ ਉਹਦੇ ਰੂਪ ਆ ਹਿਟਲਰ ਦਾ, ਕਿ ਇੱਕ ਪਾਸੇ ਲੋਕਾਂ ਨੂੰ ਦਿਖਾਉਂਦਾ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ, ਦੂਜੇ ਵਾਰ ਹਮਲਾ ਕਰਦਾ, ਤੀਜੀ ਵਾਰ ਫੇਰ ਕਹਿੰਦੇ ਅਸੀਂ ਗੱਲਬਾਤ ਕਰਾਂਗੇ। ਪਹਿਲਾਂ ਅੰਮ੍ਰਿਤ ਸਾਹ ਨੇ ਆਇਆ, ਉਹ ਕਹਿੰਦਾ ਜੀ ਅਸੀਂ ਗੱਲਬਾਤ ਕਰਦੇ ਹਾਂ। ਉਸ ਤੋਂ ਬਾਅਦ ਜਦੋਂ ਪ੍ਰੈਸ ਸਾਹਮਣੇ ਆਏ, ਕਹਿੰਦੇ ਇਹ ਤਾਂ ਕਿਸਾਨ ਪੱਖੀ ਕਾਨੂੰਨ ਆ। ਅੱਜ ਵੀ ਕਹਿੰਦੇ ਆ ਵੀ ਅਸੀਂ ਸੋਧਾ ਕਰ ਦਾਂਗੇ, ਦੂਜੇ ਪਾਸੇ ਕਹਿੰਦੇ ਕਿਸਾਨ ਪੱਖੀ ਆ। ਜਾਣੀ ਕਿ ਜਿਹੜੀ BJP ਦੀ ਦੋਗਲੀ ਪੋਜੀਸ਼ਨ ਆ ਨਾ, ਇਹਨਾਂ ਨੂੰ ਦੋਗਲੀ ਪੋਜੀਸ਼ਨ ਲੈ ਕੇ ਬੈਠੂਗੀ। ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਪ੍ਰਧਾਨ ਮੰਤਰੀ ਜੀ ਦੁਬਾਰੇ ਇਹ ਬਿਆਨ ਆ ਰਿਹਾ ਹੈ? मैं ये कहना चाहूँगा कि कहीं ना कहीं किसान जीत की तरफ बढ़ रहा है, क्योंकि प्रधानमंत्री को जब सामने आना पड़ा ना प्रोटेक्शन के लिए, ये इस आंदोलन जो लगातार बढ़ रहा है, इतनी सर्दी बढ़ने के बाद भी भीड़ बढ़ रही है, उसके सारे मंत्री, सारी सरकार, सारा प्रशासन इसको तोड़ने में नाकामयाब रहा। तरह तरह के दुष्प्रचार उन्होंने करे, कभी खालिस्तानी कभी पाकिस्तानी, लेकिन सारे प्रोग्राम उनके फैल होने के बाद में
इन्होंने खुद जब प्रधानमंत्री आ रहे हैं, इसका मतलब क्या है कि किसान जीत रहा है। और दूसरी बात मैं माननीय प्रधानमंत्री जी को कहना चाहूँगा कि आप इस प्रकार के बयान देना बंद करें, क्योंकि किसान आपकी सारी बयानबाजियों की बारीकी से समझ चुका है। तो गलती तो हमारे से यही हुई कि इनके बोलने के भाषणों के अंदर हम इनके झांसे में आ गए थे, और इस भूल के कारण से हमने इनको 2014 में वोट दे दिए। अब की बार तो नहीं दी थी, अब की बार तो ईवीएम से जीत्या है, लेकिन 2014 में हमने वोट इसको दिए थे और बड़े अच्छे अच्छे भाषण दिया करते। लेकिन आज स्थिति ये है प्रधानमंत्री जी, शायद आपके सलाहकार आपको ना बताते हों, हमारे हरियाणा में आपको गप्पू, फेंकू या झूठा, यानी कि आपकी मर्यादा कम हो रही है, बढ़ नहीं रही है। कहीं कहीं आप ये मान लिया हो कि देश में आपकी मर्यादा बढ़ रही है। और दूसरी बात मैं ये कहना चाहूँगा, अगर वास्तव में आप देश के प्रधानमंत्री थे तो आपने सबसे पहले बयान ये देना चाहिए था कि हमारे जो 21 किसान शहीद हो चुके हैं, लगभग एक दिन की एवरेज आ रही है, एक किसान हमारा रोजाना शहीद हो रहा है। और जो बाबा जी, जो भगत सिंह के बाद जो सबसे बड़ा बलिदान मैं कहूँगा, और उसको आत्महत्या खुदकुशी नहीं थी, उन्होंने बाकायदा एक चिट्ठी लिखी, बाकायदा उसके फॉलोवर भी थे, और एक विद्वान आदमी था, उसके चेहरे के नूर को देखने से पता चला था वो कितना विद्वान था। उन्होंने लिखा कि सरकार का जो है किसानों के खिलाफ जो अन्याय है वो खत्म नहीं हो रहा, और किसान मेरे बूढ़े जो हैं सड़कों के ऊपर बैठे ठंड में, कोई सम्मान लौटा रहा है, कोई अवार्ड लौटा रहा है, और मैं मेरे जान का जो है नौछावर करके किसान की इस लड़ाई में सत्य के साथ खड़ा होने वाला हूँ। और उसके बावजूद भी अगर सरकार, देश का प्रधानमंत्री एक शब्द भी नहीं बोलता, इसका मतलब क्या है कि देश का प्रधानमंत्री की संवेदना, उसकी बुद्धि नष्ट हो चुकी है। अगर अडानी अंबानी का तो बालक पैदा हो जाए तो उसका तो सेलिब्रेशन खातर जन्मदिन के ऊपर जाना टाइम है, लेकिन यहाँ दिल्ली संसद की नींव तो टेक गया, किसान बैठे उनको नहीं दिख रहे। इसका मतलब कि उसका टेम आ लिया। जब आदमी का टेम आओ ना, जब उनको आ रहे हैं गादड़ की मौत आओ तो गांव की तरफ भाग जा रहे हैं, वो एक कोई टेम हो है, इसका टेम आ लिया, इसीलिए इस प्रकार की बयानबाजी कर रहा है। कभी कह रहा है अच्छे है, कभी कह रहा भका रहे हैं, कभी कह रहा भोले किसान है। प्रधानमंत्री जी भोले किसान नहीं है, पढ़े लिखे बैठे बैठे किसान के सारे जितनी जितनी किसानों की संख्या आ रही है उसमें तो 60% नौजवान यहाँ बैठे हैं, सारे के सारे का ऊपर के पास में अच्छी डिग्रियां हैं, कम से कम आपसे तो ज़्यादा पढ़े लिखे हैं 60%। उसके बावजूद भी हमें अच्छी नॉलेज है, कानून की भी नॉलेज है, अध्यादेशों की भी नॉलेज है। हमें बहकाने की कोशिश कर रहे हो आप, और इस आंदोलन को भ्रमित करने की कोशिश ना करें। और इस बात को बिल्कुल दिमाग से केंद्र सरकार को निकाल देना चाहिए कि आंदोलन वापस होगा या आंदोलन फैल होगा। बिल्कुल आंदोलन सक्सेसफुल होगा। आज का अमर उजाला अखबार के मैन के पेज के ऊपर आज एक खबर थी, ठंड बढ़ने के साथ साथ भीड़ भी बढ़ रही है। इसका मतलब क्या है कि आंदोलन सफल होगा, सफल होगा, सफल होगा। उसको, उसकी सफलता को कोई नहीं रोक सकता। दूसरी बात, मैं जो हमारे कृषि मंत्री हैं तोमर जी, उसने एक पत्र लिख दिया 8 पेजा का कि मैं आपके बीच में रहने वाला हूं, आपकी बात सुनने वाला हूं। हमारे किसान संगठन कुछ इसके संपर्क में है, इसको ठीक बता रहे हैं। पहले तो वो किसान संगठन नहीं है। परसों का भास्कर अखबार में खुद कृषि मंत्री का बयान था कि हम असली संगठनों से ही बात करने के लिए तैयार हैं। इसका मतलब क्या है कि उनने की बात तवेरा लगा कि वह जो बातचीत करने खातिर तैयार हो, नकली संगठन है। या अब ये जो है ना, आप सुना बयानबाजी कर रहे हैं, इसका मतलब क्या है कि ये बौखला चुके हैं। किसान जीत रहा है, किसान इनका चारों ओर बैठ चुका है, और लगातार संख्या बढ़ रही है। 5-7 दिन के अंदर इनका जो है सारा ढमढमा हम फैल कर देंगे, और किसान जीत के लिए करेगा। किसान को इस जीत से कोई नहीं रोक सकता, क्योंकि ये मौत हमारी उस बड़ भी है, सड़की मरता अच्छा, हम लड़की मरांगे। अभी शांति से लड़ रहे हैं, गांधी जी के चल रहे हैं। अगर हमने जरूरत पड़ी तो हम भगत सिंह के भी फॉलोवर हैं, उसकी विचारधारा को भी जानते हैं। किसी भी सूरत में ये लड़ाई, एक बात और मैं बता दूं, कुछ साथी हैं कानून 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 की लड़ाई नहीं है, ये लड़ाई लोकतंत्र को बचाने की लड़ाई है। इन्होंने कर्मचारी को नहीं छोड़ा, इन्होंने सरकारी कंपनियों को नहीं छोड़ा, रेल को नहीं छोड़ा, किसी को बोलने का अधिकार नहीं, किसी ने बैठने का अधिकार नहीं, किसी ने सोने का अधिकार नहीं। अगर यह लड़ाई भी हम हार गए, किसान हार गए, तो इस देश में सीधा ही इमरजेंसी है। इसका मतलब इतनी बड़ी आबादी यहाँ बैठी है। लोकतंत्र तो जनता का राज होता है, जनता मालिक है। लोकतंत्र में तो लिखा गया संविधान में जनता की भावनाओं के अनुरूप राज चलता है, लेकिन यहाँ जनता की भावनाओं के अनुरूप राज नहीं चल रहा है। इसका मतलब ये आज़ादी की लड़ाई है, लोकतंत्र को बचाने की लड़ाई है। ये लड़ाई किसान की है, ये लड़ाई मजदूर को बचाने की है, ये लड़ाई कर्मचारी को बचाने की है, ये लड़ाई रोजगार को बचाने की है। इसलिए ये लड़ाई किसी भी सूरत में फैल नहीं हो सकती। ये लड़ाई सक्सेस होगी और हम जीत के लड़ेंगे।
ਇੱਕ ਪਾਸੇ ਕਿਤੇ ਤਾਂ ਕਹਿ ਰਹੇ ਆ ਇਹ ਗਮਰਾਹ ਕੀਤੇ ਗਏ ਹੈਗੇ, ਇਹ ਭੋਲੇ ਭਾਲੇ ਆ, ਕਿਤੇ ਕਹਿੰਦੇ ਅਨਪੜ੍ਹ ਹੈ। ਕਿ ਕਿਸਾਨ ਅਨਪੜ੍ਹ ਹੀ ਹੈਗੇ? पहली बात तो मैं ये कहना चाहूँगा, दुनिया में है ना जो सबसे विद्वान जिसको मैं मानता हूँ किसान है। एक बाजरे का जो सबसे छोटा अनाज का दाना हो है, कोई वैज्ञानिक, कोई प्रधानमंत्री, कोई मुख्यमंत्री, कोई मशीन दुनिया की कोई भी एक दाना बना के दिखा देने, एक दाना पैदा बना के दिखा दे, दुनिया की कोई मशीन नहीं बना पाई। किसान एक दाने के 50 दाने बना दे। किसान धरती के ऊपर 5 टेक किए पता कर लेगा कि कितना कौन सा अनाज जामेगा, इसमें पैदा होगा। किसान दाना बोने के बाद नू बता देगा अपने पहले 7 दिन में जामेगा, कै दिन में जामेगा। किसान आसमान की तरफ देख के बता देगा कि आंधी आओगी, तूफान आवेगा, गर्मी पड़ेगी, सर्दी पड़ेगी। किसान जमीन देख के बता देगा या पथरीली जमीन है, इसमें कौन सी फसल होगी। दुनिया का जो सबसे विद्वान, इसीलिए तो इसको देवता कहा गया है। देवता से सब थोड़ा ही मिल जाए, सब चीजों को जानने वाला, और सब चीजों को जानने के बाद सबका पेट भरने वाला, निष्पक्ष भाव से पेट भरने वाला। ये भी नहीं देखता कि जो मेरा जो पैदा करने वाला अनाज है, वो जो कायर लोग, जो कुत्ते लोग जो सत्ता के अंदर बैठे हैं, उनका पेट भी हमें भरा है, तो भी हमारे खिलाफ लिखने लग रहे हैं। इसीलिए तो देवता कहा गया है, वाहेगुरु कहा गया है। किसान से विद्वान इस सृष्टि के ऊपर कोई नहीं है। बोला का मतलब ये नहीं कि हमारी सादगी है, बोलापन हमारे संस्कार हैं। हमारे संस्कार ने बोलापन मत कहो, इसका मतलब बोले नहीं। हम अपने अधिकार लेना जानते हैं, हम अपने अधिकारों के प्रति सचेत हैं, पढ़े लिखे हैं, और अब की बार बिल्कुल इनको बता भी देंगे कितने बोले हैं, कितने सैन्य हैं। और आगे आने वाला टाइम में एक बात और कहे ना कि कांग्रेस के बकाने वाले टाइम, इस आंदोलन की सबसे खास बात यह है कि इस आंदोलन पर कितने कांग्रेस का नेता, आम आदमी का नेता, किसी भी अकाली दल का नेता, इनेलो का नेता, जेजेपी का नेता आपको देखने के लिए नहीं बनेगा। और इस आंदोलन की सबसे खूबसूरत चीज मैं कहूँगा, हमने पार्टियों को आप इच्छा करना छोड़ दिया। जब हम पढ़े लिखे भी, हाँ, जब ये हमारी खेती खोसने तैयार है तो हम इनकी कुर्सी नहीं खोसांगे। जब ये हमारी हमारे खेत खोसने तैयार हो गए तो अगला स्टेप हमारा यो भी होगा, हम इनकी कुर्सी भी खोसांगे। इस आंदोलन तय अगर हमने जरूरत पड़ी, सरकार पैदा करांगे, सरकार, किसान सरकार, जो मैं मंच तक हूँ, किसान सरकार, किसान के बेटे इस देश के ऊपर राज करेंगे। इसके अलावा सरकार के पास कोई विकल्प नहीं है। जितना जल्दी मान जाएंगे उतना फायदा रहेगा, बाकी उनकी मर्जी। ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਪ੍ਰਧਾਨ ਮੰਤਰੀ ਜੀ ਬਿੰਦੇ ਬਿੰਦੇ ਬਿਆਨ ਬਦਲ ਰਹੇ ਹੈਗੇ, ਕਿਤੇ ਗੱਲਬਾਤ ਲਈ ਕਰਦੇ ਆ, ਕਿਤੇ ਕਹਿੰਦੇ ਆ ਵੀ ਇਹ ਕਾਨੂੰਨ ਅੱਛੇ ਹੈਗੇ ਕਿਸਾਨਾਂ ਲਈ। अगर प्रधानमंत्री को यही लग रहा है ना कि कानून इतने अच्छे हैं, तो यहाँ स्टेज पे आके लोगों को समझा क्यों नहीं रहे हैं। वो यहाँ के लोगों को बताए कि आपको ये फ़ायदा, ये नुकसान है। अगर इतने अच्छे कानून हैं तो लोग सड़कों पे क्यों आए हुए हैं। अगर इतने कानून अच्छे हैं और इतने ही बढ़िया हैं तो माताएं बहनें सारी सड़कों पर क्यों उतरी हुई हैं। अब माताएं बहनों सबको ये पता है कि किसी का बेटा यहाँ आया हुआ है, किसी का पति यहाँ आया हुआ है, किसी का पोता यहाँ आया, 3-3 4-4 पीढ़ियाँ लगातार यहाँ आई हुई हैं। किसान पागल थोड़ी हैं कि जो सड़कों पे आके ऐसे ही खड़े हो गए। अगर प्रधानमंत्री जी को ये लग रहा है ना कि कानून इतने ही अच्छे हैं और इतने ही बढ़िया हैं, अगर किसान को पसंद नहीं आ रहे तो उनको वापस ले लेना चाहिए। अगर किसान को ये अच्छे नहीं लग रहे तो कानून अच्छे कैसे हो सकते हैं। ਇੱਕ ਕਦੀ ਬੋਲਤੇ ਹੈਗੇ ਵੀ ਇਹ ਤਾਂ ਖਾਲਿਸਤਾਨੀ ਹੈ, ਕਿਤੇ ਨਕਸਲਾਈਟ ਹੈ, ਕਿਤੇ ਅੱਤਵਾਦੀ ਹੈਗੇ, ਪਰ ਹੁਣ ਇਹਨਾਂ ਦਾ ਹਰਿਆਣੇ ਵਾਲਿਆਂ ਦਾ, ਪੰਜਾਬੀਆਂ ਦਾ, ਜਾਂ ਸਾਰੇ ਸਟੇਟਾਂ ਦਾ ਏਕਾ ਹੋਇਆਗਾ, ਇਹਨੂੰ ਕਿਸ ਤਰ੍ਹਾਂ ਲੈਣਾ? नो प्रधानमंत्री तो किरा के कवा है, हमारे लिए आज हरियाणा वाले पे प्रधानमंत्री तो खालिस्तानी भी कवा है, प्रधानमंत्री तो पाकिस्तानी भी कवा है। ये प्रधानमंत्री का कौन बेरा यो के है, इससे का कौन बेरा यो के है। RSS भी इसकी, प्रधानमंत्री भी। मेरी बात सुनो, प्रधानमंत्री कौन। अगर प्रधानमंत्री होंदा न तो देश के बारे में सोचता। देश का किसान अन्नदाता ना खत्म करने लग रहा तो प्रधानमंत्री कड़त हो गया। यो प्रधानमंत्री बनाने का लायक था ही कौन। वही बात है, 2014 में तो वोट दिए गए थे, की बार तो EVM तक बनया है। दूसरा पुलवामा का अटैक करके 22 जवान शहीद कराया के प्रधानमंत्री जो बनाओगे, प्रधानमंत्री को आने के लायक है। और हमारे दी आतंकवादी बताओ, आतंकवादी तो आप सही से बड़ा आतंकवादी के कोई हो सका है। ਇਹ ਸਨ ਕਿਸਾਨ ਜਿਨ੍ਹਾਂ ਦਾ ਕਹਿਣਾ ਗਾ ਕਿ ਇਹ ਪ੍ਰਧਾਨ ਮੰਤਰੀ ਦੇ ਲਾਇਕ ਨਹੀਂ ਸੀ, ਕਿਉਂਕਿ ਬਿਨਾਂ ਬਿੰਦੇ ਟਾਈਮ ਤੇ ਬਿਆਨ ਬਦਲੀ ਜਾਂਦਾ ਹੈ। ਕਿਤੇ ਕਹਿੰਦੇ ਆ ਕਿ ਵੀ ਗੱਲਬਾਤ ਲਈ ਤਿਆਰ ਹੈ, ਕਿਤੇ ਕਹਿੰਦੇ ਆਰਡੀਨੈਂਸ ਸੋਧ ਕਰਦੇ ਆ, ਤੇ ਕਿਤੇ ਕਹਿੰਦੇ ਆ ਇਹ ਕਿਸਾਨ ਪੱਖੀ ਹੈਗੇ। ਦਿੱਲੀ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ,
ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।